Hello everyone, my name is Rahul Kumar and I'm working as a lecturer in Government Polytechnic College तलवाड़ा। आज का जो हमारा लेक्चर है वो है लेक्चर 3 ऑन इलेक्ट्रिकल एंड इलेक्ट्रॉनिक्स इंजीनियरिंग मटेरियल। ठीक है, तो आज हम डिस्कस करने वाले हैं सैकेंड चैप्टर जिहड़ा साडा हैगा वो हैगा कंडक्टिंग मटीरियल। कंडक्टिंग मटीरियल्स जिवें कि सानू सारिਆਂ ਨੂੰ पता कंडक्टिंग मटीरियल ਹੁੰਦੇ ਕੀ ਨੇ। Conducting material ਉਹ ਹਨ material which allows the electric current to pass through them easily is called conducting material। Conducting material ਉਹ ਹਨ ਜਿਨ੍ਹਾਂ ਦੇ ਵਿੱਚ electric current easily pass ਕਰ ਜਾਂਦਾ, ਉਹਨਾਂ ਨੂੰ ਅਸੀਂ ਕੀ ਕਹਿੰਦੇ ਆ conducting materials। ਤੇ ਹੁਣ ਅਸੀਂ ਕੰਡਕਟਰ ਦੀ ਗੱਲ ਕਰੀਏ। ਕੰਡਕਟਰ ਕੀ ਹੈਗਾ? ਕੰਡਕਟਰ ਦੀ ਸਿੰਪਲ ਜੀ ਡੈਫੀਨੇਸ਼ਨ ਹੈ, it is a material which permits the flow of energy, a material which allow the flow of charged particle in an electric conductor is called, ਉਹਨੂੰ ਅਸੀਂ ਕੀ ਕਹਿੰਦੇ ਆ ਕੰਡਕਟਰ ਕਹਿ ਦਿੰਦੇ ਆ। ਠੀਕ ਹੈ ਜੀ, ਹੁਣ ਅਸੀਂ ਨੈਕਸਟ ਸਲਾਈਡ ਦੇ ਵਿੱਚ ਚੱਲਦੇ ਹਾਂ। ਹੁਣ ਅਸੀਂ ਕੰਡਕਟਿੰਗ ਮਟੀਰੀਅਲ ਦੀ ਗੱਲ ਕਰ ਰਹੇ ਹਾਂ। ਕੰਡਕਟਿੰਗ ਮਟੀਰੀਅਲ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਕੰਡਕਟਿੰਗ ਮਟੀਰੀਅਲ ਦੀ ਕੁਛ ਆਪਣੀਆਂ ਪ੍ਰੋਪਰਟੀਜ਼ ਹੋਣੀਆਂ ਚਾਹੀਦੀਆਂ। ਜਦੋਂ ਤੱਕ ਉਹ ਪ੍ਰੋਪਰਟੀਜ਼ ਨਹੀਂ ਹੋਣਗੀਆਂ ਤਾਂ ਉਹ ਇਹਨੂੰ ਅਸੀਂ ਇੱਕ ਵਧੀਆ ਜਿਹੜਾ ਕੰਡਕਟਰ ਨਹੀਂ ਕਹਿ ਸਕਦੇ। ਪਹਿਲੀ ਚੀਜ਼ ਤਾਂ ਇਹ ਹੈਗੀ ਉਹਦੇ ਵਿੱਚ ਇੱਕ ਆਪਣੀਆਂ ਇਲੈਕਟ੍ਰੀਕਲ ਪ੍ਰੋਪਰਟੀਜ਼ ਹੋਣੀਆਂ ਚਾਹੀਦੀਆਂ ਨੇ। ਇਲੈਕਟ੍ਰੀਕਲ ਪ੍ਰੋਪਰਟੀਜ਼ ਦੇ ਵਿੱਚ ਪਹਿਲੀ ਗੱਲ ਜਿਹੜੀ ਹੈਗੀ ਹੈ ਅਸੀਂ ਕੀ ਕਹਿ ਸਕਦੇ ਹਾਂ, ਇਹਦੀ ਜਿਹੜੀ ਰੈਜ਼ਿਸਟਿਵਿਟੀ ਹੈ ਉਹ ਕੀ ਹੋਣੀ ਚਾਹੀਦੀ ਹੈ, ਘੱਟ ਤੋਂ ਘੱਟ ਹੋਣੀ ਚਾਹੀਦੀ। ਰੈਜ਼ਿਸਟਿਵਿਟੀ ਮਸਟ ਬੀ ਲੋ ਐਂਡ ਕੰਡਕਟਿਵਿਟੀ ਮਸਟ ਬੀ ਗੁੱਡ। ਦੋਨੇ ਇੱਕ ਦੂਜੇ ਦੇ ਰੈਸੀਪ੍ਰੋਕਲ ਹੈਗੇ ਨੇ। ਰੈਜ਼ਿਸਟਿਵਿਟੀ ਜਿਹੜੀ ਹੈਗੀ ਆ ਕਰੰਟ ਨੂੰ ਜਾਣ ਤੋਂ ਰੋਕਦੀ ਹੈ, ਕੰਡਕਟਿਵਿਟੀ ਈਜ਼ੀ ਪਾਥ ਪ੍ਰੋਵਾਈਡ ਕਰਦੀ ਹੈ ਇਲੈਕਟ੍ਰਿਕ ਕਰੰਟ ਨੂੰ। ਅਤੇ ਥਰਡ ਜਿਹੜਾ ਪੁਆਇੰਟ ਹੈਗਾ ਸਾਡਾ ਉਹ ਕੀ ਹੈ ਵੀ ਜਿਹੜੀ ਸਾਡੀ ਜਿਹੜਾ ਮਟੀਰੀਅਲ ਹੈ ਕੰਡਕਟਰ ਮਟੀਰੀਅਲ ਇੱਦਾਂ ਦਾ ਸਿਲੈਕਟ ਅਸੀਂ ਕਰਨਾ ਵੀ ਉਹਦੇ ਵਿੱਚ ਜਿਹੜੀ ਹੈ ਸਾਡੀ ਐਨਰਜੀ ਹੈ ਉਹ ਵੇਸਟ ਨਾ ਹੋਵੇ। ਇਲੈਕਟ੍ਰੀਕਲ ਐਨਰਜੀ ਇਜ਼ ਡਿਸੀਪੇਟਡ ਇਨ ਦੀ ਫੋਰਮ ਆਫ ਹੀਟ ਮਸਟ ਬੀ ਲੋ। ਉਹ ਜਿਹੜੀ ਹੈ ਐਨਰਜੀ ਵੇਸਟ ਹੁੰਦੀ ਹੈ ਉਹ ਘੱਟ ਤੋਂ ਘੱਟ ਵੇਸਟ ਹੋਵੇ, ਜ਼ਿਆਦਾ ਤੋਂ ਜ਼ਿਆਦਾ ਵੇਸਟ ਨਾ ਹੋਵੇ। ਫੋਰਥ ਜਿਹੜਾ ਪੁਆਇੰਟ ਹੈਗਾ ਦੈਟ ਇਜ਼ ਦੀ ਟੈਂਪਰੇਚਰ ਕੋਫੀਸ਼ੀਐਂਟ ਆਫ ਰੈਜ਼ਿਸਟੈਂਸ ਮਸਟ ਬੀ ਲੋ। ਟੈਂਪਰੇਚਰ ਕੋਫੀਸ਼ੀਐਂਟ ਆਫ ਰੈਜ਼ਿਸਟੈਂਸ ਜਿਹੜਾ ਹੈਗਾ ਅਸੀਂ ਫਰਦਰ ਇਸੇ ਹੀ ਪ੍ਰੈਜੈਂਟੇਸ਼ਨ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਟੈਂਪਰੇਚਰ ਕੋਫੀਸ਼ੀਐਂਟ ਹੁੰਦਾ ਕੀ ਚੀਜ਼ ਹੈ। ਹੁਣ ਸਿਰਫ ਤੁਸੀਂ ਇੰਨਾ ਯਾਦ ਰੱਖ ਲਓ ਇਲੈਕਟ੍ਰੀਕਲ ਪ੍ਰੋਪਰਟੀਜ਼ ਦੇ ਵਿੱਚ ਇਹਦੀ ਜਿਹੜਾ ਟੈਂਪਰੇਚਰ ਕੋਫੀਸ਼ੀਐਂਟ ਆਫ ਰੈਜ਼ਿਸਟੈਂਸ ਹੈ ਉਹ ਕੀ ਹੋਣਾ ਚਾਹੀਦਾ, ਘੱਟ ਤੋਂ ਘੱਟ ਹੋਣਾ ਚਾਹੀਦਾ। ਨੈਕਸਟ ਜਿਹੜੀ ਅਸੀਂ ਗੱਲ ਕਰਦੇ ਹਾਂ ਇੱਕ ਵਧੀਆ ਕੰਡਕਟਰ ਦੀਆਂ ਕੁਛ ਮਕੈਨੀਕਲ ਪ੍ਰੋਪਰਟੀਜ਼ ਵੀ ਹੋਣੀਆਂ ਚਾਹੀਦੀਆਂ ਹਨ। ਜਿਹੜੀਆਂ ਮਕੈਨੀਕਲ ਪ੍ਰੋਪਰਟੀਜ਼ ਹੋਣੀਆਂ ਚਾਹੀਦੀਆਂ ਨੇ ਉਹ ਜਿਹੜੀਆਂ ਮਕੈਨੀਕਲ ਪ੍ਰੋਪਰਟੀਜ਼ ਨੇ, ਫਸਟ ਵਨ ਇਜ਼ ਦੀ ਰੈਜ਼ਿਸਟੈਂਸ ਟੂ ਕੋਰੀਜ਼ਨ ਮੀਨਸ ਉਹਨੂੰ ਆਸਾਨੀ ਦੇ ਨਾਲ ਜਿਹੜਾ ਜੰਗ ਨਾ ਲੱਗੇ। ਸੈਕਿੰਡ ਵਨ ਇਜ਼ ਦੀ ਡਕਟਿਲਿਟੀ। ਡਕਟਿਲਿਟੀ ਮੀਨਸ ਵੀ ਉਹਨਾਂ ਨੂੰ ਜਿਹੜਾ ਅਸੀਂ ਈਜ਼ੀਲੀ ਉਹਨਾਂ ਦੀਆਂ ਸ਼ੀਟਸ ਉਹਨਾਂ ਨੂੰ ਡਕਟਾਈਲ ਹੋਵੇ, ਮਤਲਬ ਕਿ ਉਹਨਾਂ ਦੀਆਂ ਪ੍ਰੋਪਰ ਸ਼ੀਟਸ ਉਹਨਾਂ ਨੂੰ ਇੱਕ ਸ਼ੇਪ ਤੋਂ ਦੂਸਰੀ ਸ਼ੇਪ ਦੇ ਵਿੱਚ ਈਜ਼ੀਲੀ ਜਿਹੜਾ ਹੈਗਾ ਕਨਵਰਟ ਕੀਤਾ ਜਾ ਸਕੇ। ਇਟ ਸ਼ੁੱਡ ਬੀ ਈਜ਼ੀਲੀ ਵੈਲਡੇਬਲ ਐਂਡ ਸੋਲਡਰੇਬਲ। ਥਰਡ ਜਿਹੜਾ ਪੁਆਇੰਟ ਜਿਹੜਾ ਹੈਗਾ ਸਾਡਾ ਇਹ ਹੈਗਾ। ਫੋਰਥ ਪੁਆਇੰਟ ਜਿਹੜਾ ਹੈਗਾ ਇਟ ਸ਼ੁੱਡ ਬੀ ਵਿਦਸਟੈਂਡ ਸਟ੍ਰੈਸ ਐਂਡ ਸਟ੍ਰੇਨ। ਹੁਣ ਜਿਹੜਾ ਸਾਡਾ ਕੰਡਕਟਿੰਗ ਮਟੀਰੀਅਲ ਹੈ ਉਹਦੇ ਵਿੱਚ ਇੱਕ ਇਹ ਪ੍ਰੋਪਰਟੀ ਹੋਣੀ ਚਾਹੀਦੀ ਹੈ ਉਹ ਪ੍ਰੈਸ਼ਰ ਅਤੇ ਜਿਹੜਾ ਸਟ੍ਰੈਸ ਹੈ ਅਤੇ ਸਟ੍ਰੇਨ ਨੂੰ ਸਹਿ ਸਕੇ। ਅਗਰ ਉਹ ਨਹੀਂ ਸਹਿ ਸਕਦਾ, ਮੰਨ ਲਓ ਅਸੀਂ ਤਾਰਾਂ ਹੀ ਹੈ, ਤਾਰਾਂ ਦੇ ਉੱਤੇ ਕਈ ਵਾਰ ਕੀ ਹੋ ਜਾਂਦਾ ਖਿਚਾਵ ਪੈਣਾ ਸ਼ੁਰੂ ਹੋ ਜਾਂਦਾ। ਠੀਕ ਹੈ, ਖਿਚਾਵ ਮੀਨ ਸਟ੍ਰੇਨਸ ਪੈਣਾ ਸ਼ੁਰੂ ਹੋ ਗਿਆ। ਅਗਰ ਉਹ ਸਟ੍ਰੇਨ ਨੂੰ ਸਹਿ ਹੀ ਨਹੀਂ ਸਕਿਆ ਤਾਂ ਜਿਹੜੀ ਸਾਡੀ ਤਾਰ ਹੈ ਬ੍ਰੇਕ ਹੋ ਜਾਣੀ ਉੱਥੋਂ। ਠੀਕ ਹੈ, ਫਿਫਥ ਪੁਆਇੰਟ ਹੈਗਾ ਇਟ ਮਸਟ ਬੀ ਈਜ਼ੀ ਟੂ ਫੈਬਰੀਕੇਟ ਮੀਨਸ ਇਹਨੂੰ ਆਪਾਂ ਈਜ਼ੀਲੀ ਫੈਬਰੀਕੇਟ ਕਰ ਸਕੀਏ। ਇੱਕ ਜਗ੍ਹਾ ਮਤਲਬ ਕਿ ਇੱਕ ਪੋਜੀਸ਼ਨ ਤੋਂ ਦੂਸਰੀ ਪੋਜੀਸ਼ਨ ਦੇ ਵਿੱਚ ਮੀਨ ਈਜ਼ੀਲੀ ਫੈਬਰੀਕੇਟ ਹੋਣਾ ਚਾਹੀਦਾ। ਨੈਕਸਟ ਜਿਹੜੀਆਂ ਹੁਣ ਅਸੀਂ ਇਕਨੋਮਿਕਲ ਫੈਕਟਰ ਦੀ ਗੱਲ ਕਰਨੀ ਹੈ। ਹੁਣ ਅਸੀਂ ਮੰਨ ਲਓ ਮਟੀਰੀਅਲ ਕੰਡਕਟਿੰਗ ਮਟੀਰੀਅਲ ਤਾਂ ਸਿਲੈਕਟ ਕਰ ਲਿਆ, ਬਟ ਉਹ ਕੰਡਕਟਿੰਗ ਮਟੀਰੀਅਲ ਅਸੀਂ ਇਹ ਵੀ ਦੇਖਣਾ ਵੀ ਉਹਦੀ ਕੋਸਟ ਕਿਤੇ ਜ਼ਿਆਦਾ ਤਾਂ ਨਹੀਂ ਹੋ ਰਹੀ। ਠੀਕ ਹੈ, ਉਹ ਅਵੇਲੇਬਲ ਵੀ ਹੈਗਾ ਉਸ ਕੰਟਰੀ ਦੇ ਵਿੱਚ ਜਾਂ ਉਸ ਜਗ੍ਹਾ ਦੇ ਵਿੱਚ ਜਿਸ ਜਗ੍ਹਾ ਦੇ ਵਿੱਚ ਅਸੀਂ ਜਿਹੜਾ ਹੈਗਾ ਮਟੀਰੀਅਲ ਨੂੰ ਯੂਜ਼ ਕਰਨਾ ਹੈਗਾ। ਇਟ ਸ਼ੁੱਡ ਬੀ ਈਜ਼ੀ ਟੂ ਮੈਨੂਫੈਕਚਰ ਅਤੇ ਉਹ ਜਿਹੜਾ ਈਜ਼ੀ ਹੋਵੇ ਸਾਨੂੰ ਮੈਨੂਫੈਕਚਰ ਕਰਨਾ। ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਧਿਆਨ ਦੇ ਵਿੱਚ ਰੱਖਦੇ ਹੋਏ ਜਿਹੜਾ ਅਸੀਂ ਇੱਕ ਵਧੀਆ ਕੰਡਕਟਿੰਗ ਮਟੀਰੀਅਲ ਜਿਹੜਾ ਹੈਗਾ ਸਿਲੈਕਟ ਕਰਨਾ ਹੈ।
पहली जिहड़ी हैगी है पहली इलैक्ट्रिकल प्रॉपर्टीज़, सैकेंड वन इज़ दी मैकेनिकल प्रॉपर्टीज़ एंड थर्ड वन इज़ दी इकोनॉमिकल फैक्टर्स। ਜਦੋਂ ਵੀ ਆਪਾਂ ਕਿਸੇ ਕੰਡਕਟਰ ਨੂੰ ਸਿਲੈਕਟ ਕਰਨਾ ਹੈ ਤਿੰਨੇ ਹੀ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅਸੀਂ ਕੰਡਕਟਰ ਨੂੰ ਸਿਲੈਕਟ ਕਰਨਾ। ਨੈਕਸਟ ਅਸੀਂ ਗੱਲ ਕਰਦੇ ਹਾਂ ਰੈਜ਼ਿਸਟੈਂਸ ਐਂਡ ਫੈਕਟਰ ਅਫੈਕਟਿੰਗ ਰੈਜ਼ਿਸਟੈਂਸ। ਹੁਣ ਪਹਿਲੀ ਟਰਮ ਆਏਗੀ ਸਾਡੀ ਰੈਜ਼ਿਸਟੈਂਸ ਕੀ ਹੁੰਦੀ ਹੈ? Resistance, the property of a material by which it opposes the flow of electric current through it, is called resistance and it is denoted by R and its unit is ohm। ठीक है, कोई भी ਜਿਹੜਾ ਚੀਜ਼ ਹੈਗੀ ਹੈ ਉਹਦਾ ਕੋਈ ਨਾ ਕੋਈ ਜਿਹੜਾ ਹੈਗਾ ਯੂਨਿਟ ਹੁੰਦਾ, ਉਹਨੂੰ ਅਸੀਂ ਯੂਨਿਟ ਦੇ ਵਿੱਚ ਮੇਜ਼ਰ ਕਰਦੇ ਹਾਂ। ਸਪੋਜ਼ ਅਸੀਂ ਗੱਲ ਕਰਦੇ ਹਾਂ ਹੁਸ਼ਿਆਰਪੁਰ ਤੋਂ ਜਿਹੜਾ ਜਲੰਧਰ ਹੈਗਾ 40 ਕਿਲੋਮੀਟਰ ਹੈ, ਉਹਦੇ ਪਿੱਛੇ ਇੱਕ ਚੀਜ਼ ਡਿਫਾਈਨ ਕੀਤੀ ਹੋਈ ਹੈ, ਦੈਟ ਇਜ਼ ਦੀ ਕਿਲੋਮੀਟਰ। ਕਿਲੋਮੀਟਰ ਕੀ ਡਿਫਾਈਨ ਕਰਦਾ? ਮੀਨਸ ਉਹ ਕਿਲੋਮੀਟਰ ਜਿਹੜੇ ਨੇ ਉਹ ਹਰ ਇੱਕ ਦੇ ਲਈ ਸੇਮ ਡਿਸਟੈਂਸ ਹੋਊਗਾ। ਅਗਰ ਇੱਕ ਦੇ ਲਈ 40 ਕਿਲੋਮੀਟਰ ਤਾਂ ਦੂਸਰੇ ਦੇ ਵੀ 40 ਕਿਲੋਮੀਟਰ ਹੋਊਗਾ। ਠੀਕ ਹੈ ਜੀ, ਮੀਨਸ ਜਦੋਂ ਵੀ ਆਪਾਂ ਕਿਸੇ ਵੀ ਚੀਜ਼ ਨੂੰ ਮੇਜ਼ਰ ਕਰਨਾ ਉਹਦਾ ਕੋਈ ਨਾ ਕੋਈ ਪ੍ਰੋਪਰ ਯੂਨਿਟ ਹੋਵੇ। ਇੱਦਾਂ ਹੀ ਜਿਹੜਾ ਸਾਡਾ ਰੈਜ਼ਿਸਟੈਂਸ ਹੈਗਾ ਇਹਦਾ ਜਿਹੜਾ ਯੂਨਿਟ ਹੈਗਾ ਉਹ ਕੀ ਹੈਗਾ? ਓਹਮ। ਹੁਣ ਅਸੀਂ ਦੇਖੋ ਜੀ ਇਹਦੇ ਵਿੱਚ ਜਿਹੜੀ ਅਸੀਂ ਗੱਲ ਕਰਦੇ ਹਾਂ ਰੈਜ਼ਿਸਟੈਂਸ ਜਿਹੜੀ ਉਹ ਕਿਹਦੇ ਬਰਾਬਰ ਹੁੰਦੀ ਹੈ? ਦੈਟ ਇਜ਼ ਰੋ ਜਿਹੜੀ ਹੈਗੀ ਹੈ ਦੈਟ ਇਜ਼ ਦੀ ਰੈਜ਼ਿਸਟਿਵਿਟੀ ਐਂਡ ਐਲ ਇਜ਼ ਦੀ ਲੈਂਥ ਆਫ ਦੀ ਮਟੀਰੀਅਲ ਐਂਡ ਏ ਇਜ਼ ਦੀ ਕ੍ਰੋਸ ਸੈਕਸ਼ਨ ਏਰੀਆ। ਇਹ ਜਿਹੜਾ ਹੈਗਾ ਉਹ ਸਾਡਾ ਕੀ ਹੈਗਾ? ਕ੍ਰੋਸ ਸੈਕਸ਼ਨ ਏਰੀਆ ਹੈਗਾ। ਜਿਹੜੀ ਸਾਡੀ ਰੈਜ਼ਿਸਟੈਂਸ ਹੈਗੀ ਆ ਉਹ ਮੇਨਲੀ 3 ਫੈਕਟਰਸ ਦੇ ਉੱਤੇ ਡਿਪੈਂਡ ਕਰਦੀ ਹੈ। ਫਸਟ ਵਨ ਇਜ਼ ਦੀ ਰੋ ਰੈਜ਼ਿਸਟਿਵਿਟੀ ਐਂਡ ਐਲ ਇਜ਼ ਦੀ ਲੈਂਥ ਐਂਡ ਏ ਇਜ਼ ਦੀ ਏਰੀਆ। ਹੁਣ ਇਸ ਜਿਹੜੀ ਹੈਗੀ ਹੈ ਅਸੀਂ ਮੈਥਮੈਟਿਕਲੀ ਰਿਪਰਜੈਂਟੇਸ਼ਨ ਕੀਤੀ ਹੈ ਰੈਜ਼ਿਸਟੈਂਸ ਦੀ। ਇਹਦੇ ਵਿੱਚ ਇਹ ਹੈਗਾ ਕਲੀਅਰਲੀ ਸ਼ੋ ਹੋ ਰਿਹਾ ਵੀ ਜਿਹੜੀ ਰੈਜ਼ਿਸਟੈਂਸ ਹੈ ਉਹ ਡਾਇਰੈਕਟਲੀ ਪ੍ਰੋਪੋਰਸ਼ਨਲ ਹੈਗੀ ਰੋ ਅਤੇ ਐਲ ਦੇ। ਠੀਕ ਹੈ ਜੀ, ਡਾਇਰੈਕਟਲੀ ਪ੍ਰੋਪੋਰਸ਼ਨਲ ਅਤੇ ਇਨਵਰਸਲੀ ਪ੍ਰੋਪੋਰਸ਼ਨਲ। ਇਨਵਰਸਲੀ ਜਿਹੜਾ ਪ੍ਰੋਪੋਰਸ਼ਨਲ ਹੈਗਾ ਰੈਜ਼ਿਸਟੈਂਸ ਇਨਵਰਸਲੀ ਪ੍ਰੋਪੋਰਸ਼ਨਲ ਹੈਗੀ ਹੈ ਏਰੀਆ ਆਫ ਕ੍ਰੋਸ ਸੈਕਸ਼ਨ ਦੇ ਨਾਲ। ਹੁਣ ਅਸੀਂ ਇਹਦੇ ਜਿਹੜੇ ਫੈਕਟਰਸ ਇਫੈਕਟਿੰਗ ਤਾਂ ਦੱਸ ਹੀ ਦਿੱਤੇ, ਜਿਹੜੇ ਰੈਜ਼ਿਸਟਿਵਿਟੀ ਲੈਂਥ ਐਂਡ ਏਰੀਆ। ਹੁਣ ਪਹਿਲੀ ਜਿਹੜੀ ਗੱਲ ਹੈਗੀ ਇਟ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਦੀ ਲੈਂਥ ਆਫ ਦੀ ਕੰਡਕਟਰ। ਮੀਨਸ ਅਸੀਂ ਲਾਸਟ ਦੇ ਵਿੱਚ ਜਿਹੜਾ ਮੈਥਮੈਟਿਕਲੀ ਐਕਸਪ੍ਰੈਸ਼ਨ ਦੇਖਿਆ ਸੀਗਾ ਉਹ ਕੀ ਸੀਗਾ? ਆਰ ਇਜ਼ ਇਕੁਅਲ ਟੂ ਰੋ ਐਲ ਬਾਈ ਏ। ਐਲ ਜਿਹੜਾ ਹੈਗਾ ਡਾਇਰੈਕਟਲੀ ਪ੍ਰੋਪੋਰਸ਼ਨਲ ਹੈ, ਮਤਲਬ ਕਿ ਜੇ ਐਲ ਲੈਂਥ ਵਧੂਗੀ ਜਿੱਦਾਂ ਜਿੱਦਾਂ ਕੰਡਕਟਰ ਦੀ ਉੱਦਾਂ ਸਾਡੀ ਰੈਜ਼ਿਸਟੈਂਸ ਕੀ ਵਧੂਗੀ? ਵਧੂਗੀ। ਠੀਕ ਹੈ, ਅਗਰ ਲੈਂਥ ਵਧੂਗੀ ਤਾਂ ਸਾਡੀ ਰੈਜ਼ਿਸਟੈਂਸ ਵੀ ਵਧੂਗੀ, ਅਗਰ ਸਾਡੀ ਲੈਂਥ ਘਟੂਗੀ ਤਾਂ ਸਾਡੀ ਜਿਹੜੀ ਰੈਜ਼ਿਸਟੈਂਸ ਹੈ ਉਹ ਵੀ ਘਟੇਗੀ। ਠੀਕ ਹੈ, ਇਹਦਾ ਮਤਲਬ ਡਾਇਰੈਕਟਲੀ ਪ੍ਰੋਪੋਰਸ਼ਨਲ ਦਾ ਮਤਲਬ ਤਾਂ ਕੀ ਹੈਗਾ? ਮਤਲਬ ਕਿ ਲੈਂਥ ਵਧਣ ਦੇ ਨਾਲ ਨਾਲ ਸਾਡੀ ਜਿਹੜੀ ਰੈਜ਼ਿਸਟੈਂਸ ਹੈ ਉਹ ਵੀ ਵਧੇਗੀ। ਸੈਕਿੰਡ ਜਿਹੜਾ ਪੁਆਇੰਟ ਹੈਗਾ ਇਟ ਇਜ਼ ਇਨਵਰਸਲੀ ਪ੍ਰੋਪੋਰਸ਼ਨਲ ਟੂ ਦੀ ਏਰੀਆ ਆਫ ਕ੍ਰੋਸ ਸੈਕਸ਼ਨ ਆਫ ਦੀ ਕੰਡਕਟਰ। ਇਹਦੇ ਵਿੱਚ ਕੀ ਹੈਗਾ? ਇਹਦੇ ਵਿੱਚ ਜਿਹੜਾ ਹੈਗਾ ਸਾਡਾ ਇਨਵਰਸਲੀ ਪ੍ਰੋਪੋਰਸ਼ਨਲ ਕਿਹਦੇ ਨਾਲ ਹੈਗਾ? ਏਰੀਆ। ਅਗਰ ਮੰਨ ਲਓ ਸਾਡੇ ਕਿਸੇ ਕੰਡਕਟਰ ਦਾ ਏਰੀਆ ਅਸੀਂ ਵਧਾਉਂਦੇ ਹਾਂ, ਉਸ ਕੰਡੀਸ਼ਨ ਦੇ ਵਿੱਚ ਏਰੀਆ ਵਧਣ ਦੇ ਨਾਲ ਜਿਹੜੀ ਰੈਜ਼ਿਸਟੈਂਸ ਉਹ ਡਿਕਰੀਜ਼ ਹੋਏਗੀ। ਡਿਕਰੀਜ਼ ਕਿਉਂ ਹੋਏਗੀ? ਬਿਕੋਜ਼ ਇਟ ਇਜ਼ ਇਨਵਰਸਲੀ ਪ੍ਰੋਪੋਰਸ਼ਨਲ ਟੂ ਦੀ ਆਫ ਦੀ ਕੰਡਕਟਰ। ਠੀਕ ਹੈ ਜੀ, ਉਹ ਇਨਵਰਸਲੀ ਪ੍ਰੋਪੋਰਸ਼ਨਲ ਹੈਗਾ। ਹੁਣ ਅਸੀਂ ਗੱਲ ਕਰਦੇ ਹਾਂ ਵੀ ਥਰਡ ਜਿਹੜਾ ਪੁਆਇੰਟ ਹੈਗਾ ਇਟ ਡਿਪੈਂਡਸ ਅਪੋਨ ਦੀ ਨੇਚਰ ਆਫ ਦੀ ਮਟੀਰੀਅਲ। ਮੀਨਸ ਅਸੀਂ ਕਿਹੜਾ ਮਟੀਰੀਅਲ ਯੂਜ਼ ਕਰਦੇ ਪਏ ਹਾਂ। ਜਿਹੜੀ ਰੋ ਇੱਕ ਟਰਮ ਹੈਗੀ ਹੈ ਉਹਦੇ ਵਿੱਚ ਮੰਨ ਲਓ ਪਹਿਲੇ ਅਸੀਂ ਕੋਪਰ ਯੂਜ਼ ਕਰ ਰਹੇ ਹਾਂ, ਇੱਕ ਪਾਸੇ ਅਸੀਂ ਵੁੱਡ ਯੂਜ਼ ਕਰਦੇ ਪਏ ਹਾਂ। ਵੀ ਨੇਚਰ 'ਤੇ ਵੀ ਤੇ ਡਿਪੈਂਡ ਕਰਦਾ ਪਿਆ ਮਟੀਰੀਅਲ ਦਾ, ਕਿਹੜਾ ਮਟੀਰੀਅਲ ਯੂਜ਼ ਕਰਦੇ ਪਏ, ਲੈਂਥ ਏਰੀਆ ਦੇ ਤਾਂ ਡਿਪੈਂਡ ਕਰਦਾ ਪਿਆ, ਪਲੱਸ ਮਟੀਰੀਅਲ ਕਿਹੜਾ ਉਹ ਵੀ ਚੀਜ਼ ਡਿਪੈਂਡ ਕਰਦੀ ਹੈ। ਫੋਰਥ ਜਿਹੜਾ ਪੁਆਇੰਟ ਹੈਗਾ ਦੈਟ ਇਜ਼ ਦੀ ਡਿਪੈਂਡਸ ਅਪੋਨ ਦੀ ਟੈਂਪਰੇਚਰ ਆਫ ਦੀ ਮਟੀਰੀਅਲ। ਇਹ ਟੈਂਪਰੇਚਰ ਦੇ ਉੱਤੇ ਵੀ ਡਿਪੈਂਡ ਕਰਦਾ। ਟੈਂਪਰੇਚਰ ਚੇਂਜ ਹੋਣ ਦੇ ਨਾਲ ਜਿਹੜੀ ਸਾਡੀ ਰੈਜ਼ਿਸਟੈਂਸ ਹੈ ਉਹ ਵੀ ਇਫੈਕਟਡ ਹੁੰਦੀ ਹੈ। ਠੀਕ ਹੈ ਜੀ, ਹੁਣ ਅਸੀਂ ਗੱਲ ਕਰਦੇ ਹਾਂ ਸਪੈਸੀਫਿਕ ਰੈਜ਼ਿਸਟੈਂਸ ਔਰ ਰੈਜ਼ਿਸਟਿਵਿਟੀ। ਸਪੈਸੀਫਿਕ ਰੈਜ਼ਿਸਟੈਂਸ ਅਤੇ ਰੈਜ਼ਿਸਟਿਵਿਟੀ ਦੋਨੇ ਹੀ ਜਿਹੜੀਆਂ ਸੇਮ ਹੀ ਚੀਜ਼ਾਂ ਨੇ। ਇਹਨਾਂ ਨੂੰ ਇੱਕ ਅਸੀਂ ਲਾਸਟ ਟਾਈਮ ਜਦੋਂ ਰੈਜ਼ਿਸਟੈਂਸ ਦਾ ਐਕਸਪ੍ਰੈਸ਼ਨ ਪੜ੍ਹਿਆ ਸੀ ਉਹਦੇ ਵਿੱਚ ਕੀ ਇਹ ਹੈਗੀ ਹੈ ਟਰਮ ਦੈਟ ਇਜ਼, ਇਹਨੂੰ ਅਸੀਂ ਕੀ ਕਹਿੰਦੇ ਹਾਂ? ਰੈਜ਼ਿਸਟਿਵਿਟੀ। ਇਹ ਟਰਮ ਜਿਹੜੀ ਹੈਗੀ ਰੋ ਇਜ਼ ਨੋਨ ਐਜ਼ ਦੀ ਰੈਜ਼ਿਸਟਿਵਿਟੀ। The specific resistance of a material of a conductor can be defined as the resistance offered by 1 meter length of the conductor of the material having an area of cross section of 1 square meter and its unit is ohm meter।
ਜਾਂ ਤਾਂ ਜਿਹੜਾ 1 ਮੀਟਰ ਕਿਊਬ ਮੈਂ ਗੱਲ ਕੀਤੀ ਸੀਗੀ ਜਿਹੜੀ ਰੈਜ਼ਿਸਟਿਵਿਟੀ ਹੁੰਦੀ ਹੈ ਉਹ ਪਾਰਟੀਕੂਲਰ ਡਾਇਮੈਂਸ਼ਨਸ ਦੇ ਵਿੱਚ ਮੇਜ਼ਰ ਕੀਤੀ ਹੋਈ ਰੈਜ਼ਿਸਟੈਂਸ ਨੂੰ ਅਸੀਂ ਕੀ ਕਹਿੰਦੇ ਆ, ਦੈਟ ਇਜ਼ ਨੋਨ ਐਜ਼ ਦੀ ਰੈਜ਼ਿਸਟਿਵਿਟੀ। ਹੁਣ ਅਸੀਂ ਗੱਲ ਕਰ ਲਈਏ ਵੀ ਇੱਕ ਪਾਸੇ ਅਸੀਂ ਗੋਲਡ ਦਾ ਪੀਸ ਲਈਏ, ਪਹਿਲਾਂ ਵੀ ਮੈਂ ਗੱਲ ਕੀਤੀ ਸੀ ਗੋਲਡ ਦਾ ਪੀਸ ਅਸੀਂ ਸਮੋਲ ਲੈ ਲਈਏ, ਲੱਕੜੀ ਦਾ ਪੀਸ ਅਸੀਂ ਬਹੁਤ ਜ਼ਿਆਦਾ ਵੱਡਾ ਲੈ ਲਈਏ, ਉਹਨਾਂ ਦੋਨਾਂ ਦੀ ਰੈਜ਼ਿਸਟੈਂਸ ਨੂੰ ਕੰਪੈਰੀਜ਼ਨ ਕਰੀਏ ਅਤੇ ਉਹ ਇੱਕ ਜਿਹੜਾ ਪਰਿਣਾਮ ਹੈਗਾ ਸਾਨੂੰ ਉਹ ਸਹੀ ਨਹੀਂ ਮਿਲੂਗਾ। ਪਰਿਣਾਮ ਕਦੋਂ ਸਹੀ ਮਿਲੂਗਾ, ਜਦੋਂ ਅਸੀਂ ਦੋਨਾਂ ਹੀ ਦੇ ਜਿਹੜੇ ਹੈਗੇ ਨੇ ਕਿਊਬਸ, ਦੋਨਾਂ ਹੀ ਮਟੀਰੀਅਲ ਦੀ ਸੇਮ ਕੁਆਂਟਿਟੀ ਲਵਾਂਗੇ, ਫਿਰ ਅਸੀਂ ਰੈਜ਼ਿਸਟੈਂਸ ਨੂੰ ਮੇਜ਼ਰ ਕਰਾਂਗੇ। ਉਸ ਕੰਡੀਸ਼ਨ ਦੇ ਵਿੱਚ ਜਿਹੜੀ ਰੈਜ਼ਿਸਟੈਂਸ ਹੋਏਗੀ ਉਹ ਕੰਪੈਰੇਬਲ ਹੋਏਗੀ ਦੋਨਾਂ ਦੀ, ਉਹਨਾਂ ਨੂੰ ਅਸੀਂ ਕੰਪੇਅਰ ਕਰ ਸਕਦੇ ਹਾਂ। ਅਤੇ ਜਿਹੜੀ ਰੈਜ਼ਿਸਟੈਂਸ ਹੁੰਦੀ ਆ ਉਹ ਬੇਸਿਕਲੀ ਹਰ ਇੱਕ ਮਟੀਰੀਅਲ ਦੀ ਜਿਹੜੀ ਅਸੀਂ ਆ ਉਹ ਇੱਕ ਰੈਜ਼ਿਸਟਿਵਿਟੀ ਟਰਮ ਹੈਗੀ ਹੈ, ਉਹਦੇ ਨਾਲ ਡਿਨੋਟਡ ਕਰਦੇ ਹਾਂ। ਆਹ ਵਾਲੀ ਜਿਹੜੀ ਹੈਗੀ ਹੈ ਰੈਜ਼ਿਸਟਿਵਿਟੀ ਇਨਟੂ ਲੈਂਥ ਅਪੋਨ ਏਰੀਆ, ਇਹ ਜਿਹੜੀ ਹੈ ਇਹ ਸਾਡੀ ਅਸੀਂ ਕਿਸੇ ਵੀ ਮਟੀਰੀਅਲ ਦੀ ਜਿਹੜੀ ਰੈਜ਼ਿਸਟੈਂਸ ਨੂੰ ਅਸੀਂ ਇਵੇਂ ਕੈਲਕੂਲੇਟ ਕਰ ਸਕਦੇ ਹਾਂ। ਨੈਕਸਟ ਅਸੀਂ ਗੱਲ ਕਰਦੇ ਹਾਂ, ਚਲੋ ਇੱਕ ਐਗਜ਼ਾਮਪਲ ਲੈਂਦੇ ਹਾਂ। ਐਗਜ਼ਾਮਪਲ ਦੇ ਕੇਸ ਵਿੱਚ ਕੀ ਹੈਗਾ, ਇਹਦੇ ਵਿੱਚ ਐਗਜ਼ਾਮਪਲ ਦਿੱਤਾ ਕੈਲਕੂਲੇਟ ਦੀ ਰੈਜ਼ਿਸਟੈਂਸ ਆਫ ਏ ਕੋਪਰ ਕੰਡਕਟਰ having a length of 3 km and cross section of 32 mm square. Assume the resistivity is 18 into 10 raised to power minus 9 ohm meter. ਹੁਣ ਪਹਿਲੀ ਗੱਲ ਇਹਦੇ ਵਿੱਚ ਸਾਨੂੰ ਲੈਂਥ ਦਿੱਤੀ ਪਈ ਹੈ। ਰੈਜ਼ਿਸਟੈਂਸ ਜਦੋਂ ਅਸੀਂ ਕੈਲਕੂਲੇਟ ਕਰਨੀ ਹੈ, ਰੈਜ਼ਿਸਟੈਂਸ ਕੈਲਕੂਲੇਟ ਕਰਨ ਦਾ ਫਾਰਮੂਲਾ ਹੈਗਾ ਇਜ਼ ਇਕੁਅਲ ਟੂ ρ ਇੰਟੂ L ਬਾਈ A। ਹੁਣ L ਸਾਨੂੰ ਇੱਥੇ ਦਿੱਤੀ ਪਈ ਹੈ, ਲੈਂਥ ਕਿਹਦੇ ਵਿੱਚ ਹੈਗੀ ਕਿਲੋਮੀਟਰ ਦੇ ਵਿੱਚ। ਕਿਲੋਮੀਟਰ ਨੂੰ ਅਸੀਂ ਪਹਿਲਾਂ ਤਾਂ ਅਸੀਂ ਮੀਟਰ ਦੇ ਵਿੱਚ ਕਨਵਰਟ ਕਰਨਾ, ਜਦੋਂ ਅਸੀਂ 3 ਕਿਲੋਮੀਟਰ ਨੂੰ ਮੀਟਰ ਦੇ ਵਿੱਚ ਕਨਵਰਟ ਕਰਾਂਗੇ ਤਾਂ ਕੀ ਆ ਗਿਆ 3000 ਮੀਟਰ। ਦੈਨ ਏਰੀਆ ਆਫ ਕ੍ਰੋਸ ਸੈਕਸ਼ਨ ਜਿਹੜਾ ਹੈਗਾ ਦੈਟ ਇਜ਼ 32 mm ਸਕੁਅਰ, ਇਹ ਕਿਹਦੇ ਬਰਾਬਰ ਹੈਗਾ 32 ਇੰਟੂ 10 ਰੇਜ਼ਡ ਟੂ ਪਾਵਰ -6। ਇਹਨੂੰ ਵੀ ਅਸੀਂ ਮੀਟਰ ਦੇ ਵਿੱਚ ਕਨਵਰਟ ਕਰ ਲਿਆ। ਫਿਰ ਜਿਹੜੀ ਸਾਡੀ ਰੈਜ਼ਿਸਟਿਵਿਟੀ ਹੈ ਆਫ ਕੋਪਰ ਉਹ ਕਿੰਨੀ ਦਿੱਤੀ ਹੈ 18 ਇੰਟੂ 10 ਰੇਜ਼ਡ ਟੂ ਪਾਵਰ -9 ਓਹਮ ਮੀਟਰ। ਹੁਣ ਅਸੀਂ ਜਿਹੜੀ ਰੈਜ਼ਿਸਟੈਂਸ ਹੈ ਕੋਪਰ ਕੰਡਕਟਰ ਦੀ ਕੈਲਕੂਲੇਟ ਕਰ ਸਕਦੇ ਹਾਂ। ਫਾਰਮੂਲਾ ਸਾਨੂੰ ਪਤਾ ਹੈਗਾ ρ L ਬਾਈ A। ਹੁਣ ρ ਦੀ ਵੈਲਿਊ ਕਿੰਨੀ ਹੈਗੀ ਹੈ 18 ਇੰਟੂ 10 ਰੇਜ਼ਡ ਟੂ ਪਾਵਰ -9 ਇੰਟੂ ਲੈਂਥ ਜਿਹੜੀ ਸਾਡੀ 3 ਕਿਲੋਮੀਟਰ ਦੈਟ ਇਜ਼ 3000 ਮੀਟਰ ਡਿਵਾਈਡਡ ਬਾਈ 32 ਇੰਟੂ 10 ਰੇਜ਼ਡ ਟੂ ਪਾਵਰ -6। ਅਗਰ ਆਪਾਂ ਇਹਨੂੰ ਕੈਲਕੂਲੇਟ ਕਰਕੇ ਦੇਖਾਂਗੇ ਤਾਂ ਜਿਹੜੀ ਸਾਡੀ ਰੈਜ਼ਿਸਟੈਂਸ ਹੈ ਕਿੰਨੀ ਆਊਗੀ 1.6875 ਓਹਮ ਜਿਹੜੀ ਹੈ ਅਪਰੋਕਸੀਮੇਟਲੀ ਜਿਹੜੀ ਇੰਨੀ ਸਾਡੀ ਰੈਜ਼ਿਸਟੈਂਸ ਆ ਜਾਊਗੀ ਜਦੋਂ ਅਸੀਂ ਰੈਜ਼ਿਸਟੈਂਸ ਨੂੰ ਕੈਲਕੂਲੇਟ ਕਰਾਂਗੇ। ਨੈਕਸਟ ਹੁਣ ਅਸੀਂ ਗੱਲ ਕਰਦੇ ਹਾਂ, ਅਸੀਂ ਇਹ ਵੀ ਚੀਜ਼ ਪੜ੍ਹ ਲਈ ਪਈ ਜਿਹੜੀ ਹੈਗੀ ਹੈ ਰੈਜ਼ਿਸਟੈਂਸ ਨੂੰ ਕਿਹੜੇ ਫੈਕਟਰ ਇਫੈਕਟਿੰਗ ਕਰਦੇ ਨੇ। ਹੁਣ ਅਸੀਂ ਪੜ੍ਹਨੇ ਆ ਫੈਕਟਰ ਅਫੈਕਟਿੰਗ ਰੈਜ਼ਿਸਟਿਵਿਟੀ ਨੂੰ ਜਿਹੜੀ ਕਿਹੜੀਆਂ ਚੀਜ਼ਾਂ ਨੇ ਉਹ ਅਫੈਕਟ ਕਰਦੀਆਂ ਨੇ। ਪਹਿਲੀ ਚੀਜ਼ ਹੈਗੀ ਹੈ ਟੈਂਪਰੇਚਰ, ਸੈਕਿੰਡ ਵਨ ਹੈਗੀ ਹੈ ਸਾਡੀ ਅਲੋਇੰਗ, ਐਂਡ ਥਰਡ ਵਨ ਜਿਹੜੀ ਸਾਡੀ ਹੈਗੀ ਦੈਟ ਇਜ਼ ਦੀ ਮਕੈਨੀਕਲ ਸਟ੍ਰੈਸਿੰਗ। ਹੁਣ ਅਸੀਂ ਡਿਸਕਸ ਕਰਨਾ ਹੈਗਾ ਫਸਟ ਵਨ ਜਿਹੜੀ ਹੈਗੀ ਦੈਟ ਇਜ਼ ਦੀ ਇਫੈਕਟ ਆਫ ਟੈਂਪਰੇਚਰ ਔਨ ਰੈਜ਼ਿਸਟੈਂਸ। ਅਸੀਂ ਦੇਖਿਆ ਵੀ ਜਿਹੜੀ ਰੈਜ਼ਿਸਟੈਂਸ ਹੈ ਉਹਦਾ in general the resistance of a material changes with change in temperature. The effect of temperature upon resistance varies according to the type of material. ਕਹਿੰਦਾ ਜਿੱਦਾਂ ਸਾਡਾ ਜਿਹੜਾ ਹੈਗਾ ਟੈਂਪਰੇਚਰ ਚੇਂਜ ਕਰਦਾ ਸਾਡੀ ਮਟੀਰੀਅਲ ਦੀ ਰੈਜ਼ਿਸਟੈਂਸ ਚੇਂਜ ਕਰਦੀ ਹੈ। ਇਹ ਉਸ ਚੀਜ਼ ਦੇ ਉੱਤੇ ਡਿਪੈਂਡ ਕਰਦੀ ਹੈ ਵੀ ਅਸੀਂ ਮਟੀਰੀਅਲ ਕਿਹੜਾ ਯੂਜ਼ ਕਰਦੇ ਪਏ ਹਾਂ। ਠੀਕ ਹੈ, ਹੁਣ ਮਟੀਰੀਅਲ ਵੀ ਸਾਡੇ ਕੋਲ ਕਈ ਤਰ੍ਹਾਂ ਦੇ ਹੈਗੇ ਨੇ। ਹੁਣ ਮਟੀਰੀਅਲ ਦੇ ਉੱਤੇ ਡਿਪੈਂਡ ਕਰੂਗਾ ਜਿਹੜੀ ਸਾਡੀ ਰੈਜ਼ਿਸਟੈਂਸ ਹੈ ਉਹ ਕਿਵੇਂ ਵੇਰੀ ਕਰਦੀ ਪਈ ਹੈ। ਹੁਣ ਨੈਕਸਟ ਸਲਾਈਡ ਦੇ ਵਿੱਚ ਜਿਹੜਾ ਅਸੀਂ ਪੜ੍ਹਨਾ ਹੈਗਾ ਵੀ ਜੇਕਰ ਪਿਓਰ ਮੈਟਲ ਦਾ ਕੇਸ ਆ ਜਾਵੇ, ਪਿਓਰ ਮੈਟਲ ਦੇ ਕੇਸ ਵਿੱਚ ਜਿਹੜੀ ਕੀ ਹੈਗੀ ਹੈ the resistance of the pure metal increases with the increase in temperature. The change in resistance is fairly regular with the normal range of temperature, so the resistance graph is straight. ਅਸੀਂ ਇਹਦੇ ਵਿੱਚ ਸਿਰਫ ਇਹੀ ਗੱਲ ਯਾਦ ਰੱਖਣੀ ਹੈ ਵੀ ਪਿਓਰ ਮੈਟਲ ਦੀ ਕੇਸ ਵਿੱਚ ਜਿਹੜਾ ਟੈਂਪਰੇਚਰ ਦੇ ਨਾਲ ਕੀ ਇਫੈਕਟ ਪੈਂਦਾ ਦੈਟ ਇਜ਼ ਦੀ ਪੋਜ਼ੀਟਿਵ ਟੈਂਪਰੇਚਰ ਆਫ ਕੋਫੀਸ਼ੀਐਂਟ। ਟੈਂਪਰੇਚਰ ਕੋਫੀਸ਼ੀਐਂਟ ਮੈਂ ਪਹਿਲਾਂ ਵੀ ਕਿਹਾ ਸੀ ਵੀ ਆਪਾਂ ਅੱਗੇ ਡਿਸਕਸ ਕਰਦੇ ਹਾਂ। ਟੈਂਪਰੇਚਰ ਕੋਫੀਸ਼ੀਐਂਟ ਹੁੰਦਾ ਕੀ ਹੈ, ਹੁਣ ਮੈਂ ਗੱਲ ਕਰ ਲਈ ਪੋਜ਼ੀਟਿਵ ਟੈਂਪਰੇਚਰ ਆਫ ਕੋਫੀਸ਼ੀਐਂਟ। ਠੀਕ ਹੈ, ਪੋਜ਼ੀਟਿਵ ਟੈਂਪਰੇਚਰ ਕੋਫੀਸ਼ੀਐਂਟ ਦਾ ਮਤਲਬ ਹੈਗਾ ਜਿਵੇਂ ਸਾਡਾ ਟੈਂਪਰੇਚਰ ਰਾਈਜ਼ ਕਰੂਗਾ ਸਾਡੀ ਰੈਜ਼ਿਸਟੈਂਸ ਕੀ ਕਰੂਗੀ ਰਾਈਜ਼
की करूगी रेजिस्टेंस राइज। पॉजिटिव टैंपरेचर कोफिशिएंट मीनस पॉजिटिव टैंपरेचर कोफिशिएंट मीन मतलब ये हैगा जिवें जिवें साडी जिहड़ी हैगी है रेजिस्टेंस टैंपरेचर इनक्रीज़ करूगा उवें उवें साडी जिहड़ी हैगी रेजिस्टेंस भी इनक्रीज़ करेगी। ठीक है। नैक्सट वन जिहड़ा साडा हैगा इंसुलेटर्स एंड सैमीकंडक्टर्स। इंसुलेटर एंड सैमीकंडक्टर के केस विच की हैगा द मटीरियल हैव द नैगेटिव, इत्थे टर्म यूज होगी नैगेटिव टैंपरेचर ऑफ कोफिशिएंट ऑफ रेजिस्टेंस। मतलब जिमें जिमें साडा टैंपरेचर वधूगा उवें उवें जिहड़ी साडी रेजिस्टेंस है की करूगी डिक्रीज़ करूगी। ठीक है। टैंपरेचर कोफिशिएंट मीनस इंसुलेटर एंड सैमीकंडक्टर के केस विच की हैगा जिमें जिमें साडा टैंपरेचर राइज करूगा जिहड़ी साडी रेजिस्टेंस है इट विल बी डिक्रीज इन केस ऑफ इंसुलेटर्स एंड सैमीकंडक्टर्स। थर्ड वन जिहड़ा हैगा साडा किहड़ा हैगा दैट इज़ द अलोए। अलोए दे केस विच की हैगा ये भी पॉजिटिव टैंपरेचर ऑफ कोफिशिएंट है। ठीक है। पहले असीं पढ़िया सी प्योर मैटल, हुण असीं पढ़दे पे अलोए। अलोए भी पॉजिटिव टैंपरेचर कोफिशिएंट है, प्योर मैटल भी पॉजिटिव टैंपरेचर कोफिशिएंट। बट इन्हां नूं असीं अलग अलग क्यों कीता? अलग अलग इस करके कीता क्योंकि जिहड़ी अलोए दी जिहड़ी रेजिस्टेंस चेंज होंदी है वो इरैगूलर है। ठीक है। ਅਤੇ ਉਹ ਜਿਹੜੀ ਚੇਂਜ ਤਾਂ ਇਨਕਰੀਜ਼ ਤੇ ਕਰਦੀ ਹੈ ਪਰ ਵੈਰੀ ਸਮਾਲ ਅਮਾਊਂਟ ਦੇ ਵਿੱਚ ਇਨਕਰੀਜ਼ ਕਰਦੀ ਹੈ ਐਜ਼ ਕੰਪੈਰੀਜ਼ਨ ਟੂ ਪਿਓਰ ਮੈਟਲ ਦੇ ਕੇਸ ਦੇ ਵਿੱਚ ਗੱਲ ਕਰੀਏ। ਮੰਨ ਲਓ ਅਗਰ 5 ਡਿਗਰੀ ਟੈਂਪਰੇਚਰ ਵਧਾਉਣ ਦੇ ਨਾਲ ਪਿਓਰ ਮੈਟਲ ਦੇ ਕੇਸ ਵਿੱਚ ਰੈਜ਼ਿਸਟੈਂਸ 5 ਡਿਗਰੀ ਰਾਈਜ਼ ਕਰਦੀ ਪਈ ਹੈ ਬਟ ਇਹਦੇ ਕੇਸ ਅਲੋਏ ਦੇ ਕੇਸ ਵਿੱਚ ਕੀ ਹੋਊਗਾ 5 ਡਿਗਰੀ ਟੈਂਪਰੇਚਰ ਵਧਾਉਣ ਦੇ ਨਾਲ ਜਿਹੜੀ ਅਪਰੋਕਸੀਮੇਟਲੀ ਇੱਕ ओहम रेजिस्टेंस जी है राइज करती पई है। अप्रोक्सीमेटली असीं इदा कह रहे हैं भी इनू समझण दे लई। ठीक है जी। इहदे लई की हैगा ये भी पॉजिटिव टैंपरेचर कोफिशिएंट हैगा बट पॉजिटिव टैंपरेचर कोफिशिएंट दा हैगा इहदे विच जिहड़ी रेजिस्टेंस इनक्रीज करती पई वेरी स्मॉल अमाउंट उहदे विच ते इरैगूलर हैगी है। ठीक है जी। क्लीयर। हुण नैक्सट असीं अगे देखते हैं टैंपरेचर कोफिशिएंट ऑफ रेजिस्टेंस। ਹੁਣ ਅਸੀਂ ਇਹਨੂੰ ਦੇਖੋ ਪੜ੍ਹ ਤਾਂ ਲਿਆ ਹੁਣ ਅਸੀਂ ਇਹਨੂੰ ਮੈਥਮੈਟਿਕਲੀ ਕਿਵੇਂ ਯਾਦ ਰੱਖਣਾ। ਮੈਥਮੈਟਿਕਲੀ ਇਹਦਾ ਇੱਕ ਸਿੰਪਲ ਜਿਹੜਾ ਫਾਰਮੂਲਾ ਹੈਗਾ ਪਹਿਲੀ ਲਾਈਨ ਯਾਦ ਰੱਖ ਲਓ RT = R0 1 + अल्फा T। ਕੀ ਯਾਦ ਰੱਖ ਲਓ RT = R0 ਬ੍ਰੈਸਿਸ ਦੇ ਵਿੱਚ 1 + अल्फा T। RT ਉਹ ਟੈਂਪਰੇਚਰ ਹੈ ਜਿੱਥੇ ਤੁਸੀਂ ਰੈਜ਼ਿਸਟੈਂਸ ਫਾਈਂਡ ਆਊਟ ਕਰਨੀ ਹੈ। ਮੰਨ ਲਓ ਕੋਈ ਵੀ ਮਟੀਰੀਅਲ ਹੈ ਮੈਂ ਕਹਿ ਦਿੰਦਾ ਤੁਸੀਂ ਕੋਪਰ ਨੂੰ 50 ਡਿਗਰੀ ਜਦੋਂ ਹੋਊਗਾ 50 ਡਿਗਰੀ ਸੈਲਸੀਅਸ ਟੈਂਪਰੇਚਰ ਹੋਊਗਾ ਤਾਂ ਕੋਪਰ ਦਾ ਜਿਹੜੀ ਰੈਜ਼ਿਸਟੈਂਸ ਕੀ ਹੋਊਗੀ। ਫਿਰ ਅਸੀਂ ਕੀ ਕਰਨਾ ਹੈਗਾ ਜਿਹੜੀ RT ਹੈ ਇੱਥੇ ਕਿੰਨੀ 50 T ਦੀ ਵੈਲਿਊ ਅਸੀਂ ਇੱਥੇ 50 ਪੁੱਟ ਕਰ ਦੇਣੀ ਹੈ। R0 ਕੀ ਹੈ R0 ਉਹ ਵੈਲਿਊ ਆਫ ਰੈਜ਼ਿਸਟੈਂਸ ਹੈ ਜਿਹੜੀ 0 ਡਿਗਰੀ ਦੇ ਉੱਤੇ ਹੈ। ਜਿਹੜੀ 0 ਡਿਗਰੀ ਦੇ ਉੱਤੇ ਸਾਡੀ ਰੈਜ਼ਿਸਟੈਂਸ ਹੈਗੀ ਹੈ R0 ਉਹ ਹੈਗੀ ਹੈ 1 + अल्फा। अल्फा ਕੀ ਹੈ ਦੀ ਰੇਟ ਆਫ ਚੇਂਜ ਆਫ ਟੈਂਪਰੇਚਰ ਦੇ ਚੇਂਜ ਹੋਣ ਦੇ ਨਾਲ ਜਿਹੜੀ ਸਾਡੀ ਰੈਜ਼ਿਸਟੈਂਸ ਹੈ ਉਹ ਕਿੰਨਾ ਫਰਕ ਪੈ ਰਹੀ ਹੈ। ਮਤਲਬ 1 ਡਿਗਰੀ ਮੰਨ ਲਓ ਟੈਂਪਰੇਚਰ ਚੇਂਜ ਹੁੰਦਾ ਅਤੇ ਉਹਦੀ ਵਜ੍ਹਾ ਦੇ ਨਾਲ ਜਿਹੜਾ ਸਾਡਾ ਹੈਗਾ ਕਿੰਨਾ ਇਫੈਕਟ ਪੈਂਦਾ ਉਹਨੂੰ ਅਸੀਂ ਅਲਫਾ ਦੇ ਨਾਲ ਡਿਨੋਟਡ ਕਰਦੇ ਹਾਂ। ठीक है जी। टैंपरेचर कोफिशिएंट ऑफ रेजिस्टेंस का एक फार्मूला असी याद कर लिया। हुण असी इहदी एग्जाम्पल करांगे एक। ठीक है जी। हुण असी नैक्सट जिहड़ा पढ़दे पे आ दैट इज़ द इफैक्ट ऑफ अलोइंग। हुण अलोइंग के केस विच की हैगा असी देखिया अलोइंग के केस विच ये हैगा भी जदों ਅਸੀਂ ਐਡ ਕਰਦੇ ਹਾਂ ਇੰਪਿਓਰਟੀਜ਼ ਐਡ ਕਰਦੇ ਹਾਂ ਮੈਟਲਸ ਅਤੇ ਨੋਨ ਮੈਟਲ ਦੇ ਵਿੱਚ ਕੇਸ ਦੇ ਵਿੱਚ ਸਮਾਲ ਪ੍ਰਪੋਰਸ਼ਨ ਦੇ ਵਿੱਚ ਉਹਨੂੰ ਅਸੀਂ ਕੀ ਕਹਿੰਦੇ ਹਾਂ ਅਲੋਇੰਗ। ਮੈਟਲ ਜਾਂ ਨੋਨ ਮੈਟਲ ਦੇ ਕੇਸ ਵਿੱਚ ਅਸੀਂ ਕੁਛ ਸਮਾਲ ਪੋਰਸ਼ਨ ਦੇ ਵਿੱਚ ਜਿਹੜੀ ਹੈਗੀ ਹੈ ਇੰਪਿਓਰਟੀਜ਼ ਨੂੰ ਐਡ ਕਰਦੇ ਹਾਂ ਉਹਨੂੰ ਅਸੀਂ ਕੀ ਕਹਿ ਰਹੇ ਹੈਗੇ ਆ ਅਲੋਇੰਗ ਪ੍ਰੋਸੈਸ। ਅਲੋਇੰਗ ਕਰਨ ਦੇ ਨਾਲ ਪਹਿਲੀ ਗੱਲ ਤਾਂ ਸਾਡੀ ਜਿਹੜੀ ਹੈ ਰੈਜ਼ਿਸਟੈਂਸ ਵੀ ਚੇਂਜ ਹੁੰਦੀ ਹੈ, ਮਕੈਨੀਕਲ ਸਟਰੈਂਥ ਵੀ ਚੇਂਜ ਹੁੰਦੀ ਹੈ ਅਤੇ ਹਾਰਡਨੈਸ ਵੀ ਆ ਜਾਂਦੀ ਉਹਦੀ ਬੇਸ ਆਫ ਦੀ ਮੈਟਲ। ठीक है। the resistivity of the pure copper and alloy of copper by adding the different portions of nickel। ये कुछ स्लाइड ਜਿਹੜੀਆਂ ਸਾਡੀ ਅੱਗੇ ਪਿੱਛੇ ਹੋ ਗਈਆਂ ਨੇ। ਇਹ ਤੋਂ ਬਾਅਦ ਜਿਹੜੀ ਸਾਡੀ ਸਲਾਈਡ ਸੀਗੀ ਆਹ ਵਾਲੀ ਆਉਣੀ ਸੀ ਜਿਹਦੇ ਵਿੱਚ ਅਸੀਂ ਐਗਜ਼ਾਮਪਲ ਲਈ ਹੈ। ਐਗਜ਼ਾਮਪਲ ਅਲੋਇੰਗ ਨੂੰ ਅਸੀਂ ਬਾਅਦ ਦੇ ਵਿੱਚ ਡਿਸਕਸ ਕਰਾਂਗੇ। ਹੁਣ ਇਹਦੇ ਵਿੱਚ ਜਿਹੜੀ ਐਗਜ਼ਾਮਪਲ ਲਈ ਹੈ एग्जाम्पल के केस विच की हैगा
एग्जाम्पल दे विच देखो जी भी एक तुसीं रजिस्टेंस जिहड़ी हैगी है 0 डिग्री सेंटीग्रेड दे उत्ते जिहड़ी रजिस्टेंस है साडी 350 ओम है। टेंपरेचर कोफिशिएंट ऑफ रेजिस्टेंस दैट इज अल्फा इज इक्वल टू 4.26 इंटू 10⁻³ ठीक है जी एट 0 डिग्री सेंटीग्रेड। फाइनल टैंपरेचर हुण असी टी जदों 60 डिग्री होऊगा उस कंडीशन दे विच असी जिहड़ी रेजिस्टेंस है फाइंड आउट करनी है। देखो क्वेश्चन असी पहले थ्योरी पढ़ी, थ्योरी दे विच इह सीगा आर टी इज इक्वल टू आर नोट 1 प्लस अल्फा टी। हुण इहदे विच की हैगा, इहदे विच असी डायरैक्टली वैल्यू पुट करनी है। आर नोट की है वो रजिस्टेंस जिहड़ी 0 ते हैगी 350 पुट की 1 एज इट इज़। अल्फा की वैल्यू सानू पता है 4.26 इंटू 10⁻³ इंटू टी इज़ दी टैंपरेचर। इस टैंपरेचर के उत्ते असी वैल्यूज़ पुट करके जो इन्हूं कैलकुलेट करके देखेंगे तो साढ़े कोल 60 डिग्री के उत्ते जिहड़ी रजिस्टेंस कितनी आ गई 439 इंटू 4.6 ओम ठीक है। ये जिहड़ी साडी रजिस्टेंस आ गई। हुण असी अगे फिर गल करते हैं एक असी जिहड़ा टैंपरेचर कोफिशिएंट ऑफ रेजिस्टेंस का फार्मूला एक तो पढ़ लिया। हुण दूसरा फार्मूला है मान लो मैं तुहानूं कह देना भी 25 डिग्री ते जिहड़ा कोपर है वो 350 ओम है तो 50 डिग्री ते कैलकुलेट करो। हुण जिहड़ा पिछले वाला फार्मूला सी उहदे विच तां कोई इदां दी चीज़ ही नहीं सीगी, उहदे विच तां जां 0 डिग्री टैंपरेचर दे उत्ते रेजिस्टेंस की हैगी है जां तुसी जिहड़ा फाइनल डिग्री हैगा उत्थे कैलकुलेट करना। हुण इहदे विच केस विच की हैगा असी रैफरेंस लिया होया। रैफरेंस मीनस जिस टैंपरेचर दे विच सानू जिहड़ी गिवन हैगी रेजिस्टेंस वो टैंपरेचर ते जिस टैंपरेचर दे उत्ते असीं रेजिस्टेंस नूं फाइंड आउट करना हैगा। मान लो 25 डिग्री के उत्ते 350 ओम दिता तो 350 नूं असीं इत्थे पुट कर देना अल्फा एज इट इज़। हुण असीं 60 डिग्री ते कैलकुलेट करना चाहते 60 असीं इत्थे पुट कर दांगे तो 25 माइनस 25 कर दांगे ठीक है। फिर जिहड़ी साडी रेजिस्टेंस वो आ जाऊगी। हुण इन्हां दे जिहड़े हैगे थल्ले आर इज़ दी कंडक्टर रेजिस्टेंस एट टैंपरेचर टी ठीक है। जिस टैंपरेचर ते असीं फाइंड आउट करना चाहते आर ई रैफरेंस कंडक्टर रेजिस्टेंस हैविंग दी रेफरेंस टेंपरेचर टी एफ यूजली 20 डिग्री सैल्सियस बट समटाइम 0 डिग्री। ये डिपेंड कर सकता भी किहड़ा टैंपरेचर दित्ता सानू ठीक है। अल्फा टैंपरेचर कोफिशिएंट ऑफ रेजिस्टेंस, टी इज़ दी कंडक्टर टैंपरेचर इन डिग्री सैल्सियस एंड ए टी रैफरेंस जिहड़ा है रैफरेंस टैंपरेचर दिता पे सानू ठीक है जी। हुण इहदी भी असीं एक एग्जाम्पल इहदा भी जिहड़ा जदों असीं एक एग्जाम्पल लैनी है एग्जाम्पल दे विच देखो एग्जाम्पल बड़ी वधिया दित्ती है। इहदे विच की हैगा भी 15 ओम जिहड़ा साडा हैगा 20 डिग्री दे उत्ते जिहड़ा 15 ओम साडी रेजिस्टेंस है ठीक है किसी भी मटीरियल दी। मान लो असीं गोल्ड दी मान लैंदे हां ठीक है। गोल्ड जिहड़ा बहुत ही महंगी धातु है सानू सारिआं नूं पता। गोल्ड जिहड़ा 20 डिग्री दे उत्ते 15 ओम है। अगर असीं पुछदे हां 35 डिग्री ते की होऊगा 35 डिग्री ते फिर की है असीं इत्थे 35 पुट करांगे ठीक है। 35 ते अल्फा जिहड़ा हैगा दैट इज़ द टैंपरेचर कोफिशिएंट ऑफ रेजिस्टेंस मीनस 1 डिग्री टैंपरेचर चेंज होने दे नाल कितना इफैक्ट पेगा ठीक है रेजिस्टेंस के उत्ते दैट इज़ 0.004041 ठीक है। इनू जो असी वैल्यूज़ नूं पुट करांगे तो साढ़े कोल जिहड़ी रेजिस्टेंस हैगी है वो आ जाऊगी दैट इज़ 15.909 ओम ठीक है। दोनों एग्जाम्पल आप डिस्कस कर लिया जे इदा का कोई क्वेश्चन आ जाता सानू किते तो आप ईजीली सॉल्व कर सकीए। हुण नैक्सट जिहड़ा असीं पिछे छड्डिया सीगा असीं पढ़िया सीगा भी रजिस्टिविटी नूं किहड़े इफैक्ट करदे टैंपरेचर नूं असीं डीपली एक्सप्लेन कर लिया सब कुछ। हुण नैक्सट वन जिहड़ा साडा हैगा अलोइंग की है। अलोइंग इज़ ए प्रोसैस बाय एडिंग दी इंप्योरिटीज़ मैटल और नॉन मैटल। असी मैटल और नॉन मैटल दे विच कुछ जिहड़ा पोर्शन है कोई इंप्योरिटीज़ ऐड करते हैं उसनूं असी की कहने अलोए कहने। हुण अलोए नूं देखो जदों अलोए बन गया अलोए दे नाल असी रजिस्टिविटी भी चेंज कर सकते उहदी मैकेनिकल स्ट्रैंथ भी चेंज कर सकते उहदी हार्डनैस भी चेंज कर सकते। हुण असी एक एग्जाम्पल लैने दी कर्व शोज़ दी प्योर कॉपर एंड अलोए ऑफ कॉपर बाय एडिंग ऑफ निकल।
ਹੁਣ ਪਿਓਰ ਕੋਪਰ ਦੀ ਜਦੋਂ ਅਸੀਂ ਐਗਜ਼ਾਮਪਲ ਲੈਂਦੇ ਹਾਂ, ਇਹ ਐਰੋ ਹੈਡ ਨੂੰ ਦੇਖੋ, ਪਿਓਰ ਕੋਪਰ ਦੇ ਕੇਸ ਵਿੱਚ ਕੀ ਹੈਗਾ, ਜਿਵੇਂ ਜਿਵੇਂ ਟੈਂਪਰੇਚਰ ਵੱਧ ਰਿਹਾ ਉਹਦੀ ਜਿਹੜੀ ਰੈਜ਼ਿਸਟਿਵਿਟੀ ਹੈ ਉਹ ਇਨਕਰੀਜ਼ ਕਰਦੀ ਪਈ ਹੈ। ਕੋਪਰ ਕੀ ਹੈਗਾ ਸਾਡਾ, ਕੋਪਰ ਜਿਹੜਾ ਸਾਡਾ ਹੈਗਾ ਦੈਟ ਇਜ਼ ਦੀ ਗੁੱਡ ਕੰਡਕਟਰ, ਠੀਕ ਹੈ। ਹੁਣ ਇਹਦੇ ਕੇਸ ਵਿੱਚ ਕੀ ਹੈਗਾ ਵੀ ਇਹਦੀ ਜਿਹੜੀ ਜਿਵੇਂ ਜਿਵੇਂ ਟੈਂਪਰੇਚਰ ਰਾਈਜ਼ ਕਰਦਾ ਪਿਆ ਉਹਦੀ ਰੈਜ਼ਿਸਟੈਂਸ ਵੀ ਰਾਈਜ਼ ਕਰਦੀ ਪਈ ਹੈ। ਪਰ ਹੁਣ ਅਸੀਂ ਸਮਾਲ ਪੋਰਸ਼ਨ ਕੀ ਕੀਤੀ ਹੈ, ਕੋਪਰ ਦੇ ਵਿੱਚ ਨਿਕਲ ਐਡ ਕਰ ਦਿੱਤੀ ਹੈ। ਜਦੋਂ ਅਸੀਂ 1% ਨਿਕਲ ਐਡ ਕਰਤੀ ਹੈ ਫਿਰ ਦੇਖੋ ਗ੍ਰਾਫ ਕੀ ਹੈ, ਜਦੋਂ ਅਸੀਂ 2% ਨਿਕਲ ਐਡ ਕਰ ਦਿੱਤੀ ਹੈ ਫਿਰ ਦੇਖੋ ਕੀ ਹੈ, ਜਦੋਂ ਅਸੀਂ 3% ਨਿਕਲ ਕਰ ਦਿੱਤੀ ਹੈ ਫਿਰ ਗ੍ਰਾਫ ਦਾ ਕੁਛ ਹੋਰ ਹੈਗਾ। ਇਵੇਂ ਇਵੇਂ ਜਿਹੜੀ ਉਹਦੀ ਇਹ ਰੈਜ਼ਿਸਟਿਵਿਟੀ ਕੀ ਕਰਦੀ ਪਈ ਹੈ, ਚੇਂਜ ਕਰਦੀ ਪਈ ਹੈ। ਅਗਰ ਉਹਦੀ ਰੈਜ਼ਿਸਟਿਵਿਟੀ ਚੇਂਜ ਕਰਦੀ ਪਈ ਹੈ ਇਟ ਮੀਨਸ ਉਹ ਕਲੀਅਰਲੀ ਸ਼ੋ ਕੀ ਕਰਦਾ ਪਿਆ ਵੀ ਅਲੋਇੰਗ ਦੇ ਪ੍ਰੋਸੈਸ ਦੇ ਨਾਲ ਜਿਹੜੀ ਉਹਦੀ ਰੈਜ਼ਿਸਟਿਵਿਟੀ ਚੇਂਜ ਹੋ ਜਾਂਦੀ ਹੈ। ਥਰਡ ਵਨ ਜਿਹੜੀ ਸਾਡੀ ਸੀਗੀ ਮਕੈਨੀਕਲ ਸਟ੍ਰੈਸ, ਉਹ ਜਿਹੜੀ ਹੈਗੀ ਹੈ ਸਾਡੇ ਸਿਲੇਬਸ ਦੇ ਵਿੱਚ ਨਹੀਂ ਹੈਗੀ, ਇਸ ਕਰਕੇ ਆਪਾਂ ਉਹਨੂੰ ਡਿਸਕਸ ਨਹੀਂ ਕਰਾਂਗੇ। ਬਟ ਅਸੀਂ ਇੱਕ ਪੜ੍ਹ ਲਿਆ ਵੀ ਮਕੈਨੀਕਲ ਸਟ੍ਰੈਸ ਹੋਣ ਦੇ ਨਾਲ ਜਿਹੜੀ ਹੈਗੀ ਹੈ ਸਾਡੀ ਰੈਜ਼ਿਸਟਿਵਿਟੀ ਦੇ ਵੀ ਫਰਕ ਪੈਂਦਾ, ਅਤੇ ਅਲੋਇੰਗ ਵਾਲਾ ਵੀ ਅਸੀਂ ਪੜ੍ਹ ਲਿਆ। ਹੁਣ ਥੈਂਕ ਯੂ ਵੈਰੀ ਮੱਚ। ਹੁਣ ਜਿਹੜਾ ਹੈਗਾ ਬਾਕੀ ਅਸੀਂ ਨੈਕਸਟ ਕਲਾਸ ਦੇ ਵਿੱਚ ਡਿਸਕਸ ਕਰਾਂਗੇ।